ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤਬ ਮੈਂ ਪ੍ਰਗਟ ਹੋਈ ਜਗ ਮਾਹੀ, ਤੋਰਨ ਹਨੋ ਨਾ ਛਾਡੋ ਤਾਹੀ। ਤਬ ਮੈਂ ਪ੍ਰਗਟ ਹੋਈ ਜਗ ਮਾਹੀ, ਤੋਰਨ ਹਨੋ ਨਾ ਛਾਡੋ ਤਾਹੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰ ਚਰਨ ਸ਼ਰਨ ਚਲ ਜਾਏ ਸਿੱਖ, ਤਾ ਸਰਨ ਜਗਤ ਚਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਗੁਰ ਸਿੱਖ, ਆਗਿਆ ਤਾਏ ਸਗਲ ਸੰਸਾਰ ਹੈ ਤਾਵੇ। ਸਤਿਗੁਰ ਸੇਵਾ ਪਾਏ ਪੂਜ ਕਰੈ ਗੁਰ ਸਿੱਖ, ਸਰਬ ਨਿਧਾਨ ਅਗਰ ਲਿਵ ਲਾਵੇ। ਸਤਿਗੁਰ ਸਿੱਖਿਆ ਦਿਖੈ ਹਿਰਦੈ ਪ੍ਰਵੇਸ਼ ਜਾਏ, ਤਾਕਿ ਸੀਖ ਸੁਨਤ ਪਰਮ ਪਦ ਪਾਵੇ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਪਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਭਾਈ ਬਾਲਾ ਜੀ ਨੇ ਦੋਵੇਂ ਹੱਥ ਜੋੜਦਿਆਂ ਹੋਇਆ ਭਗਤ ਪ੍ਰਹਿਲਾਦ ਜੀ ਦੇ ਪਾਸ ਬੇਨਤੀ ਕੀਤੀ ਵੀ ਤੁਸੀਂ ਆਪਣਾ ਸਾਨੂੰ ਇਤਿਹਾਸ ਸੁਣਾਓ। ਕਿਵੇਂ ਕਿਵੇਂ ਵੱਡੇ ਵੱਡੇ ਵਿਘਨਾਂ ਤੋਂ ਆਪ ਦੀ ਭਗਵਾਨ ਨੇ ਕੀਤੀ ਰੱਖਿਆ। ਉਸ ਸਮੇਂ ਭਗਤ ਪ੍ਰਹਿਲਾਦ ਜੀ ਮੁੱਢ ਤੋਂ ਹੀ ਆਪਣੀ ਜਿਹੜੀ ਵਾਰਤਾ ਦੱਸਣ ਲੱਗੇ ਵੀ ਜਦੋਂ ਮੇਰੇ ਪਿਤਾ ਹਰਨਾਕਸ਼ ਨੂੰ ਲੱਗਿਆ ਨਾ ਪਤਾ ਵੀ ਵਿਸ਼ਨੂੰ ਭਗਵਾਨ ਜੀ ਨੇ ਮੇਰੇ ਭਰਾ ਨੂੰ ਖਤਮ ਕਰ ਦਿੱਤਾ, ਸੁਣ ਕਰਕੇ ਬੜਾ ਕ੍ਰੋਧ, ਬੜਾ ਗੁੱਸਾ ਪੈਦਾ ਹੋ ਗਿਆ ਉਹਦੇ ਮਨ ਦੇ ਵਿੱਚ। ਉਸੇ ਟਾਈਮ 'ਤੇ ਹਰਨਾਕਸ਼ ਕਹਿਣ ਲੱਗਿਆ ਵੀ ਮੈਂ ਹੁਣ ਰੋਈਆਂ ਬਿਆਬਾਨਾ ਜੰਗਲਾਂ 'ਚ ਜਾ ਕਰਕੇ ਉਹ ਜੀ ਘੋਰ ਤਪੱਸਿਆ ਕਰਦਿਆਂ ਵਰਦਾਨ ਪ੍ਰਾਪਤ ਕਰ ਲੈਣੇ ਹਨ। ਜਿਤਨਾ ਚਿਰ ਮੈਂ ਆਪਣੇ ਭਰਾ ਦਾ ਬਦਲਾ ਨਹੀਂ ਨਾ ਲੈ ਲੈਂਦਾ ਵਿਸ਼ਨੂੰ ਭਗਵਾਨ ਜੀ ਕੋਲੋਂ, ਉਤਨਾ ਟਾਈਮ ਟੇਕ ਕਰਕੇ ਮੈਂ ਵੀ ਆਪਣੇ ਮਹਿਲਾਂ ਦੇ ਵਿੱਚ ਬੈਠ ਨਹੀਂ ਸਕਦਾ। 11,000 ਸਾਲ ਨਿਰੰਤਰ ਹਰਨਾਕਸ਼ ਨੇ ਰੋਈਆਂ ਬਿਆਬਾਨਾਂ 'ਚ ਜਦੋਂ ਬੈਠ ਕਰਕੇ ਹੋ ਜਿਆ
ਕਠਨ ਤਪ ਕਰਨਾ ਸ਼ੁਰੂ ਕਰ ਦਿੱਤਾ। ਇਸ ਦੀ ਤਪੱਸਿਆ ਨੂੰ ਦੇਖ ਕਰਕੇ ਧਰਤੀ ਵੀ ਡੋਲਣ ਲੱਗ ਪਈ ਔਰ ਜੀਵਾਂ ਨੂੰ ਜਿਹੜਾ ਸਾਹ ਲੈਣਾ ਬੜਾ ਔਖਾ ਹੋ ਗਿਆ ਹੈ। ਇਹੋ ਜੀ ਦੁਖਦਾਈ ਹਾਲਤ ਨੂੰ ਦੇਖਦਿਆਂ ਹੋਇਆਂ ਜਿਹੜੇ ਨੇ ਦੇਵਤੇ ਇਕੱਠੇ ਹੋ ਕੇ ਚਲੇ ਗਏ। ਬਰਮਾ ਜੀ ਦੇ ਪਾਸ ਪੁੱਛਿਆ ਵੀ ਇਹ ਕੀ ਗੱਲ ਹੋ ਗਈ। ਇਹ ਤਾਂ ਉਸ ਦੇ ਤਪ ਦਾ ਜਿਹੜਾ ਤੇਜ ਤਿੰਨੇ ਲੋਕਾਂ ਦੇ ਵਿੱਚ ਪਹੁੰਚ ਚੁੱਕੇ ਹੈ। ਉਸ ਸਮੇਂ ਬਰਮਾ ਜੀ ਨੇ ਸਾਰੀ ਵਾਰਤਾ ਸੁਣਾਈ ਵੀ ਕੋਈ ਗੱਲ ਨਹੀਂ, ਮਨ ਦੇ ਵਿੱਚ ਚਿੰਤਾ ਫਿਕਰ ਨਾ ਕਰੋ। ਉਸ ਦੀ ਜਦੋਂ ਤਪੱਸਿਆ ਹੋ ਗਈ ਪੂਰੀ, ਉਹਨੇ ਵਰ ਪ੍ਰਾਪਤ ਕਰ ਲੈਣੇ ਹਨ। ਪਰ ਇੱਕ ਇਹੋ ਜਿਹਾ ਭਗਤ ਵੀ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਇਹਦੇ ਪਰਿਵਾਰ ਦੇ ਵਿੱਚ ਪੈਦਾ ਕਰਤਾ, ਫਿਰ ਤੁਹਾਡੇ ਆ ਜਿਹੜੇ ਵੱਡੇ ਵੱਡੇ ਦੁੱਖ, ਵੱਡੇ ਵੱਡੇ ਕਸ਼ਟ ਵੀ ਨਾਸ ਹੋ ਜਾਣੇ ਹਨ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਤਬ ਮੈਂ ਪ੍ਰਗਟ ਹੋਏ ਜਗ ਮਾਹੀ। ਵੀ ਉਸ ਸਮੇਂ ਫਿਰ ਮੈਨੂੰ ਆਪਣੇ ਆਪ ਨੂੰ ਹੀ ਦੇਵਤਿਆਂ ਦੀ ਰੱਖਿਆ ਕਰਨ ਵਾਸਤੇ ਪ੍ਰਗਟ ਕਰਨਾ ਪਵੇਗਾ। ਤੋਰਨ ਹਨੋ ਨਾ ਛਾਡੋ ਤਾਹੀ। ਇਹੋ ਜਿਹੇ ਦੋਟ ਪਾਪੀ ਨੂੰ ਮੈਥੋਂ ਬਗੈਰ ਕੋਈ ਮਾਰ ਵੀ ਨਹੀਂ ਸਕਣਾ ਹੈ। ਸੁਨ ਕਰ ਅਮਰ ਗਗਨ ਕੀ ਬਾਨੀ। ਜਦੋਂ ਆਕਾਸ਼ ਬਾਣੀ ਦੁਆਰੇ ਬਚਨ ਦੇਵਤਿਆਂ ਦੇ ਕੰਨਾਂ ਦੇ ਵਿੱਚ ਪੈ ਗਏ ਵੀ ਹੈ ਤਾਂ ਭਾਵੇਂ ਬੜਾ ਜ਼ਾਲਮ ਪਾਪੀ, ਪ੍ਰਾਣੀਆਂ ਨੂੰ ਬੜਾ ਦੁੱਖ ਦੇਣ ਵਾਲਾ, ਪਰ ਥੰਮ ਪਾੜਰ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਨਾਥ। ਹੁਣ ਇਹਨੂੰ ਨਾਸ ਕਰਨ ਦੇ ਲਈ ਫਿਰ ਮੈਨੂੰ ਆਪਣੇ ਆਪ ਨੂੰ ਆ ਦੁਨੀਆ ਦੇ ਵਿੱਚ ਪ੍ਰਗਟ ਕਰਨਾ ਪੈਣਾ। ਸਿਰ ਨਿਵਾਈ ਕਰ ਬੰਧਨ ਠਾਨੀ। ਉਸੇ ਵਕਤ ਤਮਾਮ ਦੇਵਤੇ ਬਰਮਾ ਜੀ ਦੇ ਅੱਗੇ ਟਹਿ ਕਰਕੇ ਮੱਥਾ ਆਪੋ ਆਪਣੀਆਂ ਪੁਰੀਆਂ ਨੂੰ ਵਾਪਸ ਮੁੜ ਆਏ ਸਨ। ਦੋਹਰਾ ਨਿਜ ਨਿਜ ਗਏ ਸਥਾਨ ਤਬ ਧਰ ਨਿਸ਼ਚੇ ਮਨ ਮਾਹੀ। ਇਹ ਯਕੀਨ ਭਰੋਸਾ ਉਹਨਾਂ ਨੇ ਬਰਮਾ ਜੀ ਦੇ ਬਚਨਾਂ ਦੇ ਉੱਪਰ ਧਾਰਨ ਕਰ ਲਿਆ। ਜਾਣਿਓ ਹਨ ਹੈ ਦੈਤ ਅਬ ਕਸ਼ਟ ਨਸ਼ਟ ਹਵੈ ਜਾਈ। ਵੀ ਜਦੋਂ ਇਸ ਦੈਂਤ ਦਾ ਰਾਖਸ਼ ਦਾ ਹੋ ਗਿਆ ਨਾਸ, ਤੇ ਸਾਡੇ ਵੀ ਫਿਰ ਨਾਲ ਦੀ ਨਾਲ ਵੱਡੇ ਵੱਡੇ ਭਿਆਨਕ ਕਸ਼ਟ ਇਹ ਨਸ਼ਟ ਹੋ ਜਾਣੇ ਹਨ। ਦੋਹਰਾ ਸ੍ਰੀ ਗੁਰ ਪਗ ਸ਼ੋਭਾ ਬਿਮਲ। ਅਗਲਾ ਅਧਿਆਇ ਆਰੰਭ ਕਰਦੇ ਹੋਇਆ ਕਵੀ ਜੀ ਨੇ ਸਤਿਗੁਰੂ ਜੀ ਦੇ ਪਾਵਨ ਚਰਨੋਂ ਦਾ ਮੰਗਲ ਕੀਤਾ। ਸਿਰ ਗੁਰ ਪਗ ਸ਼ੋਭਾ ਬਿਮਲ। ਵੀ ਗੁਰੂ ਬਾਬਾ ਜੀ ਦੇ ਚਰਨਾਂ ਦੀ ਜਿਹੜੀ ਸ਼ੋਭਾ, ਜਿਹੜੀ ਉਪਮਾ ਵਡਿਆਈ, ਇਹ ਬੜੀ ਉਜਲ ਬੜੀ ਨਿਰਮਲ ਹੈ। ਕਰ ਔਰ ਕੋ ਅਲੰਕਾਰ। ਜਦੋਂ ਇਸ ਇਹੋ ਜੀ ਨਿਰਮਲ ਸ਼ੋਭਾ ਤਾਰੀਫ ਰੂਪੀ ਇਹਦਾ ਅਲੰਕਾਰ ਗਹਿਣਾ ਬਰਾ ਕਰਕੇ ਕਰ ਔਰ ਕੋ ਅਲੰਕਾਰ, ਜਿਨ੍ਹਾਂ ਨੇ ਆਪਣੇ ਹਿਰਦੇ ਦਾ ਜਿਹੜਾ ਗਹਿਣਾ ਬਣਾਇਆ ਹੈ, ਗੁਰੂ ਬਾਬਾ ਜੀ ਦੀ ਉਪਮਾ ਵਡਿਆਈ ਸ਼ੋਭਾ ਦਾ ਸ਼ੁਭ ਸੁੰਦਰਤਾ ਪਾਈ ਹੈ। ਫਿਰ ਮੈਂ ਬੜੀ ਜਿਹੜੀ ਇਹੋ ਜੀ ਸੁੰਦਰ ਵਡਿਆਈ ਉਪਮਾ ਪ੍ਰਾਪਤ ਕਰ ਲੈਣੀ ਹੈ। ਦਵੈ ਲੋਕਨ ਸਤਕਾਰ। ਉਹਨਾਂ ਨੂੰ ਫਿਰ ਦੋਵੇਂ ਲੋਕਾਂ ਦੇ ਵਿੱਚ ਹੀ ਬੜਾ ਮਾਣ ਸਤਿਕਾਰ ਕੁਦਰਤੀ ਤੌਰ ਤੇ
ਪ੍ਰਾਪਤ ਹੋ ਜਾਣੇ ਨਾ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕਿਨਾਂ ਦੀ, ਜਿਨ ਮਨ ਵਸਿਆ ਸੇ ਦਰ ਸਾਚੇ। ਦਰ ਸਾਚਾ ਸਚਿਆਰਾ, ਜਿਨ੍ਹਾਂ ਦੇ ਮਨ ਦੇ ਅੰਦਰ ਨਾ ਵਾਹਿਗੁਰੂ ਦਾ ਵਾਸਾ ਜਾਂ ਉਹਦਾ ਨਾਮ ਵਸ ਗਿਆ, ਜਿਨ ਮਨ ਵਸਿਆ ਸੇ ਦਰ ਸਾਚੇ। ਦਰ ਸਾਚਾ ਸਚਿਆਰਾ, ਉਹ ਤਾਂ ਫਿਰ ਦੋਵੇਂ ਲੋਕਾਂ ਦੇ ਵਿੱਚ ਹੀ ਸਦਾ ਵਾਸਤੇ ਸੱਚੇ ਹੋ ਜਾਂਦੇ ਨੇ ਨਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਵੀ ਜਿਹੜੇ ਜਗਿਆਸੂ ਗੁਰੂ ਬਾਬਾ ਜੀ ਦੀ ਪਾਵਨ ਕੀਰਤੀ ਜਸ ਰੂਪੀ ਹੈ, ਇਹਦਾ ਨਾ ਗਹਿਣਾ ਬਣਾ ਕਰਕੇ ਜਿਨ੍ਹਾਂ ਨੇ ਆਪਣੇ ਬਸ ਇਹ ਹਿਰਦੇ ਰੂਪੀ ਗਲ ਦੇ ਵਿੱਚ ਧਾਰਨ ਕਰ ਲਿਆ, ਉਹਨਾਂ ਦੀ ਤਾਂ ਦੁਨੀਆ ਦੇ ਵਿੱਚ ਹੀ ਸਦਾ ਵਾਸਤੇ ਜੈ ਜੈਕਾਰ ਹੋਣ ਲੱਗ ਪੈਂਦੀ ਹੈ। ਸ਼੍ਰੀ ਬਾਲਾ ਸੰਦਰ ਵਾਚ। ਭਾਈ ਬਾਲਾ ਜੀ ਇਹ ਸਾਰੀ ਪਵਿੱਤਰ ਕਥਾ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਸਰੋਤਿਆਂ ਨੂੰ ਸੁਣਾਉਂਦਿਆਂ ਹੋਇਆ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਹਨ। ਚੌਪਈ ਸੁਨੋ ਗੁਰੂ ਅੰਗਦ ਸੁਖ ਰਾਸਾ। ਐ ਸੁੱਖਾਂ ਦੀ ਖਾਨ, ਸੁੱਖਾਂ ਦੇ ਸਮੁੰਦਰ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਭਗਤ ਪਹਿਰਲਾਦ ਉਦਰਿਯੰ ਹਸਤ ਕਮਲ ਮਾਥੇ ਪਰ ਧਰਿਯੰ। ਭਗਤ ਪਹਿਰਲਾਦ ਜੀ ਦੇ ਨਾਮ ਦਾ ਜਿਹੜਾ ਜ਼ਿਕਰ ਭੱਟਾਂ ਨੇ ਵੀ ਕਈ ਥਾਂ ਸਵਈਆਂ ਦੇ ਵਿੱਚ ਕੀਤਾ ਹੋਇਆ ਹੈ। ਕਹਿ ਲੱਗਿਆ ਉਸ ਸਮੇਂ ਐ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੀਨ ਦੁਨੀਆ ਦੇ ਮਾਲਕ ਅੱਗੇ ਆਪ ਹੁਣ ਭਗਤ ਪਹਿਰਲਾਦ ਦਾ ਜਿਹੜਾ ਨਾ ਬੜਾ ਪਵਿੱਤਰ ਇਤਿਹਾਸ ਉਹ ਸੁਣਨਾ ਕਰੋ। ਮੁਝ ਸਮੇਤ ਜਨਮੇ ਸੁਤ ਚਾਰਾ। ਭਗਤ ਪਹਿਰਲਾਦ ਸਾਰੀ ਆਪਣੀ ਇਹ ਜਿਹੜੀ ਪਿਛਲੀ ਵਾਰਤਾ ਦੱਸਦੇ ਨੇ ਭਾਈ ਬਾਲਾ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਵੀ ਜਦੋਂ ਹਰਨਾਕਸ਼ ਦੇ ਘਰ ਦੇ ਵਿੱਚ ਮੇਰੇ ਸਮੇਤ ਚਾਰ ਜਿਹੜੇ ਸਾਹਿਬਜ਼ਾਦੇ ਪੈਦਾ ਹੋਏ, ਚਾਰ ਪੁੱਤਰਾਂ ਨੇ ਜਨਮ ਧਾਰਨ ਕੀਤਾ ਇਹਦੇ ਮਹਿਲਾਂ 'ਚ। ਕੰਚਨ ਬੱਪ ਪਾਹਰਖ ਪਾਰਾ। ਕੰਚਨ ਬੱਪ, ਜਿਸ ਹਰਨਾਕਸ਼ ਦੀ ਦੇਈ ਕੰਚਨ ਸੋਨੇ ਦੇ ਸਮਾਨ ਬੜੀ ਚਮਕਣ ਤੇ ਬੜੀ ਸੁਨਹਿਰੀ ਰੰਗ ਦੀ ਬਣ ਚੁੱਕੀ ਹੈ, ਆਪਣੇ ਚਾਰੇ ਸਾਹਿਬਜ਼ਾਦਿਆਂ ਨੂੰ ਦੇ ਕੇ ਹਰਨਾਕਸ਼ ਬੜਾ ਪ੍ਰਸੰਨ ਹੋਣ ਲੱਗ ਪਿਆ। ਕੁਦਰਤੀ ਤੌਰ 'ਤੇ ਹੈ, ਜਦੋਂ ਵੀ ਕਿਸੇ ਪਰਿਵਾਰ ਦੇ ਵਿੱਚ ਮਾਂ ਪਿਓ ਦੀ ਝੋਲੀ 'ਚ ਨਾ ਇਹੋ ਜਿਹੀ ਦਾਤ ਭਗਵਾਨ ਪਾ ਦੇ, ਕਿਵੇਂ ਉਹਨਾਂ ਫਿਰ ਮਾਤਾ ਪਿਤਾ ਦੇ ਮਨ ਦੇ ਵਿੱਚ ਬੜੇ ਚਾਅ ਬੜੀਆਂ ਖੁਸ਼ੀਆਂ ਭਰ ਜਾਂਦੀਆਂ ਹਨ। ਮੋਹ ਪਰ ਕਰੁਣਾ ਨਾਰਦ ਕੀਨੀ। ਭਗਤ ਪਹਿਰਲਾਦ ਜੀ ਦਾਦੇ ਨੇ ਭਾਈ ਬਾਲਾ ਜੀ ਵੀ ਮੇਰੇ ਉੱਪਰ ਤਾਂ ਨਾਰਦ ਮੁਨੀ ਜੀ ਨੇ ਪਹਿਲਾਂ ਤੋਂ ਹੀ ਬੜੀ ਐਸੀ ਰਹਿਮਤ ਕਿਰਪਾ ਕੀਤੀ ਹੋਈ ਸੀ। ਸਦਾ ਭਗਤ ਮਹਿ ਮਤ ਰਹਿ ਪੀਨੀ। ਮੇਰਾ ਮਨ ਇਹ ਬਚਪਨ ਤੋਂ ਹੀ ਇਹ ਪ੍ਰੇਮਾ ਭਗਤੀ ਦੇ ਵਿੱਚ ਹੀ ਭਿੱਜਿਆ ਰਹਿੰਦਾ ਹੈ। ਬਾਲ ਬੈਸਤੀ ਕ੍ਰੀੜਾ ਤਿਆਗੀ। ਆ ਜਿਹੜੀ ਹੈ ਨਾ ਬੱਚਿਆਂ ਵਾਲੀਆਂ ਜੋ ਹੁੰਦੀਆਂ ਨੇ ਖੇਲਾਂ, ਚੌਥਾ ਪਿਆਰ ਪੰਨੀ ਖੇਡ। ਜਦੋਂ ਬੱਚਿਆਂ ਦੀ ਹੋ ਜਾਏ ਨਾ ਚੌਥੀ ਅਵਸਥਾ, ਉਸ ਸਮੇਂ ਫਿਰ ਹੁੰਦਾ ਕੀ ਹੈ, ਚੌਥਾ ਪਿਆਰ ਪੰਨੀ ਖੇਡ। ਜਿਹੜੇ ਨੇ ਆਮ ਛੋਟੀਆਂ ਉਮਰਾਂ ਦੇ ਚਾਹੇ ਬੱਚੇ ਨੇ ਚਾਹੇ ਹੈਗੀਆਂ ਬੱਚੀਆਂ, ਉਹ ਫਿਰ ਸਾਰਾ ਦਿਨ ਗਲੀਆਂ ਬਾਜ਼ਾਰਾਂ ਦੇ ਵਿੱਚ ਹੀ ਖੇਡਦਿਆਂ ਹੋਇਆਂ ਬਤੀਤ ਕਰ ਦਿੰਦੇ ਹਨ। ਪਰ ਭਗਤ ਪਹਿਰਲਾਦ ਜੀ ਕਹਿਣ ਲੱਗੇ ਵੀ ਮੈਂ ਤਾਂ ਮੁੱਢ ਤੋਂ ਹੀ ਇਹ ਜੀ ਜਿਹੜੀ ਬਾਲਕਿਆਂ ਵਾਲੀ ਕਰੀੜ ਹੈ, ਜੋ ਖੇਲ ਹੈ ਨਾ, ਉਹਦਾ ਤਿਆਗ ਕੀਤਾ ਹੋਇਆ ਹੈ। ਹਰ ਕੀ ਚਰਨ ਕਮਲ ਮਤ ਭਾਗੀ। ਮੇਰੀ ਜਿਹੜੀ ਮਤ ਜਨਮ ਲੈਣ ਤੋਂ ਹੀ ਬਸ ਇੱਕ
ਪ੍ਰੇਮਾ ਭਗਤੀ ਦੇ ਵਿੱਚ ਹੀ ਭਿੱਜ ਚੁੱਕੀ ਹੈ। ਬੈਠਤ ਉਠਤ ਸੋਭਤ ਜਾਗਤ, ਕੈਸੀ ਅਵਸਥਾ ਧਾਰਨ ਕੀਤੀ ਹੈ ਨਾ ਰੱਬ ਦੇ ਪਿਆਰੇ ਭਗਤ ਪ੍ਰਹਿਲਾਦ ਜੀ ਨੇ। ਓਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉੱਠਦਿਆਂ ਵੀ ਬਹਿੰਦਿਆਂ ਵੀ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਊਠਤ ਬੈਠਤ ਹਰ ਹਰ ਧਿਆਈ ਹੈ ਵੀ ਉੱਠਦਿਆਂ ਵੀ ਬਹਿੰਦਿਆਂ ਵੀ ਸਦਾ ਵਾਸਤੇ ਮੈਂ ਤਾਂ ਹੁਣ ਪਰਮਾਤਮਾ ਦਾ ਜਿਹੜਾ ਨਾਮ ਉਹ ਰਸਨਾ ਦੇ ਨਾਲ ਜਪਦਾ ਹੀ ਰਹਿੰਦਾ ਸੀ। ਸਿਮਰਨ ਨਾਮ ਬਿਖੈ ਅਨੁਰਾਗਤ, ਇੱਕੋ ਇੱਕ ਮੇਰੇ ਹਿਰਦੇ ਦੇ ਅੰਦਰ ਐਸਾ ਜਿਹੜਾ ਸਿਮਰਨ ਦੇ ਨਾਲ ਬੜਾ ਪ੍ਰੇਮ ਪੈਦਾ ਹੋ ਗਿਆ ਹੈ। ਚਿੰਤਾ ਚਿਤਬ ਚਰਨ ਪ੍ਰਭ ਕਬਹੀ, ਕਦੇ ਕਦੇ ਜਦੋਂ ਕਿਤੇ ਮੇਰੇ ਮਨ ਦੇ ਵਿੱਚ ਕੋਈ ਐਸਾ ਜਿਹੜਾ ਪਿਆਰ ਦਾ ਉਛਾਲਾ ਪੈਦਾ ਹੋ ਜਾਂਦਾ ਸੀ। ਰੋਦਨ ਰਿਧੀ ਉਮੰਗਤ ਤਬ ਹੀ, ਰੰਗ ਰੋਵੇ ਰੰਗ ਹੱਸੈ ਚੁੱਪ ਪੀ ਕਰ ਜਾਏ। ਵੀ ਕਈ ਦਫਾ ਜਦੋਂ ਐਸਾ ਕਿਤੇ ਪ੍ਰੇਮ ਵੱਜ ਜਾਂਦਾ ਨਾ ਮੇਰੇ ਮਨ ਦੇ ਅੰਦਰ, ਰੰਗ ਹੱਸੈ ਰੰਗ ਰੋਵੇ ਚੁੱਪ ਪੀ ਕਰ ਜਾਏ। ਫਿਰ ਮੈਂ ਆਪਣੀ ਮੌਤ ਦੇ ਵਿੱਚ ਆ ਕੇ ਕਈ ਵਾਰੀ ਉੱਚੀ ਉੱਚੀ ਰੋਣ ਲੱਗ ਜਾਣਾ। ਤੇ ਕਈ ਦਫਾ ਫਿਰ ਮੈਂ ਬੜੀ ਉੱਚੀ ਧੁਨੀ ਦੇ ਨਾਲ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਜਾਂ ਫਿਰ ਜ਼ੁਬਾਨ ਦੇ ਨਾਲ ਪਰਮਾਤਮਾ ਦਾ ਜਿਹੜਾ ਨਾਮ ਜਪਣ ਲੱਗ ਜਾਂਦਾ ਸੀ। ਕਬ ਚਿੰਤਾ ਤਜ ਗੁਣਨ ਸਿਮਰ ਕੈ, ਕਦੇ ਕਦੇ ਚਿੰਤਾ ਫਿਕਰ ਦਾ ਕਰਕੇ ਨਾ ਤਿਆਗ, ਐਸਾ ਆਨੰਦ ਜਦੋਂ ਬਸ ਪੈਦਾ ਹੋ ਜਾਣ। ਕਾਫੀ ਟਾਈਮ ਮੈਂ ਬਸ ਹੱਸ ਹੱਸ ਕਰਕੇ ਬਤੀਤ ਕਰਨ ਲੱਗ ਜਾਂਦਾ ਸੀ। ਹਸਤ ਭਇਓ ਔਰ ਹਰਖ ਸੋ ਧਰ ਕੈ, ਹੁਣ ਦੇਖਣ ਵਾਲੇ ਹੈਰਾਨ ਹੋ ਜਾਂਦੇ ਵੀ ਕੀ ਗੱਲ ਹੈ, ਬਿਨਾਂ ਕਾਰਨ ਤੋਂ ਦੇਖੋ ਇਕੱਲੇ ਹੀ ਆਪਣੇ ਆਪ ਹੀ ਹੱਸੀ ਜਾਂਦਾ ਹੈ ਨਾ। ਇੱਕ ਤਾਂ ਹੁੰਦਾ ਵੀ ਚਲੋ ਮਿੱਤਰਾਂ ਦੋਸਤਾਂ ਦੇ ਵਿੱਚ ਬੈਠਾ ਕੋਈ ਐਸੀ ਖੁਸ਼ੀ ਦੀ ਗੱਲ ਕਿਸੇ ਨੇ ਕਰਕੇ ਸੁਣਾਤੀ ਤਾਂ ਫਿਰ ਮੱਲੋ ਮੱਲੀ ਮਨੁੱਖ ਨੂੰ ਉੱਚੀ ਉੱਚੀ ਹਾਸਾ ਆਉਣ ਲੱਗ ਜਾਊ। ਪਰ ਭਗਤ ਪ੍ਰਹਿਲਾਦ ਤਾਂ ਇਕੱਲੇ ਹੀ ਆਪਣੀ ਮੌਤ ਦੇ ਵਿੱਚ ਆ ਕੇ ਉੱਚੀ ਉੱਚੀ ਹੱਸਣ ਲੱਗ ਜਾਂਦੇ ਸਨ। ਕਬ ਉੱਚੇ ਸੁਰ ਸੋ ਗੁਣ ਗਾਉ, ਜਦੋਂ ਵੀ ਕਿਤੇ ਕੋਈ ਐਸੀ ਚੇਤਵਨੀ ਪਰਮਾਤਮਾ ਦੀ ਦਿਲ ਦੇ ਅੰਦਰ ਪੈਦਾ ਹੋ ਗਈ, ਉਸ ਸਮੇਂ ਉੱਚੀ ਉੱਚੀ ਆਵਾਜ਼ ਦੇ ਨਾਲ ਫਿਰ ਭਗਤ ਪ੍ਰਹਿਲਾਦ ਜੀ ਪਰਮਾਤਮਾ ਦੇ ਗੁਣ ਵੀ ਗਾਇਨ ਕਰਨ ਲੱਗ ਜਾਂਦੇ ਸਨ। ਕਬ ਨਾਚੋ ਹਵੈ ਲਾਜ ਨਾ ਕਾਉ, ਕਦੇ ਕਦੇ ਜਦੋਂ ਐਸਾ ਆਨੰਦ, ਕਦੇ ਐਸੀ ਮਸਤੀ ਮਨ ਦੇ ਵਿੱਚ ਪੈਦਾ ਹੋ ਜਾਣੀ, ਫਿਰ ਲੋਕਾਂ ਦੀ ਕਾਨ ਕਨੌੜ ਸ਼ਰਮ ਦਾ ਕਰਕੇ ਨਾ ਤਿਆਗ ਭਗਤ ਪ੍ਰਹਿਲਾਦ ਜੀ ਫਿਰ ਨੱਚਣ ਵੀ ਲੱਗ ਜਾਂਦੇ ਸਨ। ਕਬ ਤੂਸ਼ਨ ਕਰ ਧਾਰੋ ਧਿਆਨ, ਜਦੋਂ ਕਿਤੇ ਐਸਾ ਵਿਰਾਗ ਪੈਦਾ ਹੋ ਗਿਆ ਮਨ ਦੇ ਅੰਦਰ ਗੁਰੂ ਬਾਬਾ ਜੀ ਦੇ ਸਮਾਨ, ਬਸ ਫਿਰ ਤਾਂ ਕਈ ਦਿਨ ਚੁੱਪ ਧਾਰਨ ਕਰਕੇ ਬਤੀਤ ਕਰ ਦੇਣੇ। ਕਿਸੇ ਦੀ ਵੀ ਕੋਈ ਕਹੀ ਹੋਏ ਗੱਲ ਮੈਨੂੰ ਮਨ ਦੇ ਵਿੱਚ ਚੰਗੀ ਨਹੀਂ ਸੀ ਲੱਗਦੀ, ਜੇ ਬੁਲਾਉਂਦੇ ਨੇ ਤਾਂ ਵੀ ਨਾ ਮੈਂ ਬੋਲਣਾ। ਕਈ ਰੋਜ਼ ਉਸੇ ਤਰ੍ਹਾਂ ਬਸ ਚੁੱਪ ਧਾਰਨ ਕਰਕੇ ਭਗਵਾਨ ਦੀ ਯਾਦ ਦੇ ਵਿੱਚ ਮੈਂ ਬਤੀਤ ਕਰ ਦਿੰਦਾ ਸੀ। ਲੋਚਨ ਤੀ ਜਲ ਧਾਰ ਚਲਾਨਾ, ਇਹੋ ਜਿਹਾ ਜਿਹੜਾ ਬੈਰਾਗ ਦਾ ਜਲ ਵੱਡੇ ਵੱਡੇ ਹੰਝੂ ਨੇਤਰਾਂ ਦੇ ਵਿੱਚੋਂ ਵਗਣ ਲੱਗ ਪੈਂਦੇ ਸਨ। ਨਹਿ ਕਿੰਚਨ ਏਕ ਲਿਵ ਲਾਗੀ, ਨਹਿ ਕਿੰਚਨ ਬਿਲਕੁਲ ਬੇ ਨਿਰਾਸ਼ ਹੋ ਕੇ ਇੱਕੋ ਇੱਕ ਲਿਵ। ਉਹ ਸਮੇਂ ਮੇਰੀ ਜਿਹੜੀ ਬਿਰਤੀ ਪਰਮਾਤਮਾ ਦੇ
ਝਰਨਾ ਦੇ ਨਾਲ ਜੁੜ ਜਾਂਦੀ ਸੀ। ਨੀਂਦ ਭੁੱਖ ਜਾਂਤੇ ਸਭ ਭਾਗੀ। ਉਸ ਸਮੇਂ ਨਾ ਮੈਨੂੰ ਕੋਈ ਭੁੱਖ ਤੇ ਨਾ ਕੋਈ ਪਿਆਸ ਦਾ ਪਤਾ ਨਹੀਂ ਸੀ ਲੱਗਦਾ ਵੀ ਭੋਜਨ ਖਾਧਾ ਜਾਂ ਨਹੀਂ ਖਾਧਾ। ਨਾ ਮੇਰੇ ਨੇੜੇ ਤੇੜੇ ਕਦੇ ਆ ਪਿਆਸ ਵੀ ਨਹੀਂ ਆਉਂਦੀ ਹੈ। ਪ੍ਰਭ ਪਦ ਪੰਕਜ ਪ੍ਰੇਮ ਅਪਾਰਾ। ਇਹੋ ਜਿਹਾ ਪ੍ਰਭੂ ਦੇ ਚਰਨਾਂ ਦਾ ਜਦੋਂ ਪ੍ਰੇਮ ਹਿਰਦੇ ਦੇ ਅੰਦਰ ਵੱਧ ਗਿਆ, ਉੱਥੇ ਫਿਰ ਨੀਂਦ ਭੁੱਖ ਪਿਆਸ ਇਹ ਤਾਂ ਕਦੇ ਨੇੜੇ ਤੇੜੇ ਵੀ ਰੱਬ ਦੇ ਪਿਆਰਿਆਂ ਦੇ ਪਾਸ ਨਹੀਂ ਆਉਂਦੀਆਂ ਹਨ। ਜਾਗ ਰਹਿਓ ਮਨ ਸਾਂਝ ਸਕਾਰਾ। ਮੇਰਾ ਜਿਹੜਾ ਮਨ ਦਿਨ ਰਾਤ ਸਵੇਰੇ ਸ਼ਾਮ ਬਸ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਦੇ ਵਿੱਚ ਸਦਾ ਵਾਸਤੇ ਜਾਗਦਾ ਰਹਿੰਦਾ ਸੀ। ਜਿਹੜੀ ਦੁਨੀਆ ਇਹ ਤਾਂ ਪਈ ਹੈ ਨਾ ਆ ਵਿਦਿਆ ਰੂਪੀ ਨੀਂਦ ਦੇ ਵਿੱਚ ਕੂਕ ਸੁੱਤੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਜਾਗਦੇ ਕੌਣ ਨੇ? ਭਗਤ ਪ੍ਰਹਿਲਾਦ ਵਰਗੇ ਪੂਰਨ ਮਹਾਂਪੁਰਖ ਕਹਿਣ ਲੱਗਿਆ ਵੀ ਮੈਂ ਫਿਰ ਕਈ ਦਫਾ ਕਈ ਰੋਜ਼ ਉਸੇ ਤਰ੍ਹਾਂ ਜਾਗਦਿਆਂ ਜਾਗਦਿਆਂ ਹੀ ਬਤੀਤ ਕਰ ਦਿੰਦਾ ਸੀ। ਜਗ ਵਿਵਹਾਰ ਨਾ ਭਾਵਤ ਕੋ। ਕਦੇ ਵੀ ਮੈਨੂੰ ਆ ਜਿਹੜੇ ਦੁਨੀਆ ਦੇ ਵਿਵਹਾਰ ਕੰਮ ਧੰਦੇ ਮਨ ਦੇ ਵਿੱਚ ਬਿਲਕੁਲ ਚੰਗੇ ਨਹੀਂ ਲੱਗਦੇ ਸਨ। ਬਾਲਕ ਖੇਲ ਤਜਿਓ ਥੋ ਜੋ। ਕੌਣ ਜਿਹੜੀ ਬੱਚਿਆਂ ਵਾਲੀ ਕਰੀੜ ਹੈ, ਜੋ ਬਾਲਕਿਆਂ ਵਾਲੀਆਂ ਖੇਲਾਂ ਤਾਂ ਪਹਿਲਾਂ ਹੀ ਮੈਂ ਛੋਟੀ ਉਮਰ ਦੇ ਵਿੱਚ ਸਾਰੀਆਂ ਤਿਆਗੀਆਂ ਹੋਈਆਂ ਸਨ। ਇਸ ਪ੍ਰਕਾਰ ਬੀਤਾ ਕੁਛ ਕਾਲਾ। ਇਉਂ ਜਦੋਂ ਮੈਂ ਬਾਲਕ ਅਵਸਥਾ ਦੇ ਵਿੱਚੋਂ ਦੀ ਲੰਘਦਿਆਂ ਹੋਇਆ ਕਈ ਸਾਲ ਆਪਣੀ ਉਮਰ ਦੇ ਬਤੀਤ ਕਰਤੇ। ਇੱਕ ਦਿਨ ਪਿਤ ਕੀਏ ਪ੍ਰੇਮ ਵਿਸਾਲਾ। ਇੱਕ ਦਿਨ ਦਾ ਜ਼ਿਕਰ ਹੈ ਜਦੋਂ ਮੇਰੇ ਪਿਤਾ ਹਰਨਾਕਸ਼ ਨੇ ਦੇ ਲਿਆ ਵੀ ਹੁਣ ਮੇਰਾ ਸਾਹਿਬਜ਼ਾਦਾ ਹੈ, ਸਿਆਣਾ ਹੋ ਗਿਆ ਹੈ। ਪਹਿਲੇ ਸਮਿਆਂ 'ਚ ਲੋਕੀ ਆਪੋ ਆਪਣੇ ਬੱਚਿਆਂ ਨੂੰ 5-6 ਸਾਲ ਦੀ ਉਮਰ ਦੇ ਵਿੱਚ ਜਿਹੜਾ ਦੁਨਿਆਵੀ ਇਲਮ ਸਿੱਖਣ ਦੇ ਲਈ ਸਾਧੂਆਂ ਦੇ ਡੇਰਿਆਂ ਜਾਂ ਫਿਰ ਆਮ ਤੌਰ 'ਤੇ ਪਿੰਡਾਂ 'ਚ ਪੌਦਿਆਂ ਦੀਆਂ ਪਾਠਸ਼ਾਲਾ ਹੁੰਦੀਆਂ, ਉੱਥੇ ਹੀ ਬੱਚੇ ਜ਼ਿਆਦਾਤਰ ਇਹ ਵਿੱਦਿਆ ਪ੍ਰਾਪਤ ਕਰਿਆ ਕਰਦੇ। ਜਦੋਂ ਹਰਨਾਕਸ਼ ਨੇ ਆਪਣੇ ਸਾਹਿਬਜ਼ਾਦੇ ਦੇ ਵੱਲ ਨਿਗਾਹ ਮਾਰੀ ਵੀ ਇਹਦੀ ਹੁਣ ਜਿਹੜੀ ਉਮਰ ਪੜ੍ਹਨ ਦੇ ਲਾਇਕ ਹੋ ਗਈ ਹੈ। ਸ਼ੁਕਰ ਤਾਤ ਜੀ ਸੰਡੇ ਮਰਕੀ। ਜਿਹੜੇ ਸੰਡਾ ਤੇ ਮਰਕਾ ਸ਼ੁਕਰਾਚਾਰਜ ਦੇ ਬੇਟੇ, ਇਹ ਜਿਹੜਾ ਸ਼ੁਕਰਾਚਾਰਜ ਇਹ ਤਾਂ ਹੋਇਆ ਦੈਂਤਾ ਦਾ ਗੁਰੂ, ਬ੍ਰਹਸਪਤੀ ਹੈ ਦੇਵਤਿਆਂ ਦੇ ਗੁਰੂ, ਵੈਦਾਂ ਸ਼ਾਸਤਰਾਂ ਦੇ ਮੁਤਾਬਕ ਮੰਨੇ ਜਾਂਦੇ ਹਨ। ਉਹ ਸਮੇਂ ਸੰਡਾ ਤੇ ਮਰਕਾ ਇਹ ਦੋ ਉਸਤਾਦ ਦੈਂਤਾਂ ਦੇ ਲੜਕਿਆਂ ਨੂੰ ਪਾਠਸ਼ਾਲਾ ਦੇ ਵਿੱਚ ਆ ਜਿਹੜੀ ਹੈ ਰਾਜਨੀਤਿਕ ਦੀ ਵਿਦਿਆ ਪੜ੍ਹਾਇਆ ਕਰਦੇ ਸਨ। ਉਤੇ ਪੜਾਵਤ ਦੈਂਤਨ ਲੜਕੀ। ਹੁਣ ਇਹਨਾਂ ਦੀ ਜਿਹੜੀ ਡਿਊਟੀ ਹਰਨਾਕਸ਼ ਦੇ ਵੱਲੋਂ ਬੱਚਿਆਂ ਨੂੰ ਪੜ੍ਹਾਉਣ ਦੇ ਉੱਪਰ ਲਗਾਈ ਹੋਈ ਹੈ। ਤਿੰਨ ਢਿਗ ਤਬ ਹੀ ਪੜਨ ਪਠਾਇਆ। ਉਹ ਸਮੇਂ ਮੇਰੇ ਪਿਤਾ ਨੇ ਦੇ ਲਿਆ ਵੀ ਹੁਣ ਇਹ ਦੁਨਿਆਵੀ ਇਲਮ ਪ੍ਰਾਪਤ ਕਰਨ ਦੇ ਯੋਗ ਹੋ ਗਿਆ। ਉਸ ਸਮੇਂ ਮੈਨੂੰ ਵੀ ਸੰਡਾ ਔਰ ਮਰਕਾ ਇਹ ਜਿਹੜੇ ਬੜੇ ਸਿਆਣੇ ਉਸਤਾਦ ਉਹਨਾਂ ਦੇ ਪਾਸ ਪੜ੍ਹਨ ਦੇ ਲਈ ਭੇਜ ਦਿੱਤਾ। ਘਰ ਹਰਨਾਕਸ਼ ਦੈਨ ਤੇ ਕੱਲਰ ਕਾਵਲ ਭਗਤ ਪ੍ਰਹਿਲਾਦ ਪੜ੍ਹਨ ਪਠਾਇਆ। 64 ਸਾਲ ਪਾਂਦੇ ਚਿੱਤੋ ਆਲਾਦ ਗੁਰੂ ਘਰ ਦੇ ਵੈਦ ਵਿਆਸ ਭਾਈ ਗੁਰਦਾਸ ਜੀ ਨੇ ਬੜੇ ਐਸੇ ਅਗੰਮੀ ਬਚਨ ਲਿਖੇ ਹਨ ਵੀ ਕੈਸੀ ਹੈ ਪਰਮਾਤਮਾ ਦੀ। ਦੇਖੋ ਆਚਾਰਜ ਖੇਲ ਘਰ ਹਰਨਾਕਸ਼ ਦੈਨ ਦੇ ਕੱਲਰ
ਕਾਬਲ ਭਗਤ ਪ੍ਰਹਿਲਾਦ। ਔਰ ਜਿਹੜਾ ਕਹਿੰਦੇ ਹੁੰਦਾ ਹੈ ਕਮਲ ਦਾ ਫੁੱਲ, ਇਹ ਵੱਡੇ ਵੱਡੇ ਸਰੋਵਰ ਜਾਂ ਫਿਰ ਪਾਣੀ ਦਾ ਭਰਿਆ ਹੋਇਆ ਤਲਾਬਾਂ ਦੇ ਵਿੱਚ ਪੈਦਾ ਹੋ, ਕਦੇ ਕਲਰ ਦੀ ਧਰਤੀ ਦੇ ਵਿੱਚ ਪੈਦਾ ਹੁੰਦਾ ਨਹੀਂ ਦੇਖਿਆ ਗਿਆ। ਪਰ ਪਰਮਾਤਮਾ ਬੜਾ ਬੇਅੰਤ ਹੈ, ਬੜਾ ਡੱਡ ਹੈ। ਜਦੋਂ ਉਹਦੀ ਐਸੀ ਮੌਜ ਹੋਈ ਕਰ ਨਾਕ ਸਦੈਨ ਦੇ ਕਲਰ ਕਾਬਲ ਭਗਤ ਪ੍ਰਹਿਲਾਦ। ਆ ਜਿਹੜੀ ਦੈਂਤਾਂ ਦੀ ਰਾਖਸ਼ਾਂ ਦੀ ਕੁਲਤਾ ਹੈਗੀ, ਕਲਰ ਦੀ ਧਰਤੀ ਦੇ ਸਮਾਨ ਕਲਰ ਖੇਤੀ ਬੀਜੀ ਹੈ, ਕਿਉਂ ਲਾਹਾ ਪਾਵੇ। ਹੁਣ ਕਲਰ ਦੀ ਧਰਤੀ ਦੇ ਵਿੱਚ ਕੋਈ ਜ਼ਿਮੀਂਦਾਰ ਕਹਿ ਵੀ ਮੈਂ ਇੱਥੇ ਫਸਲ ਬੀਜ ਕੇ ਬੜਾ ਅਨਾਜ ਪ੍ਰਾਪਤ ਕਰ ਲਓ, ਨਹੀਂ ਉਹਨੇ ਤਾਂ ਉਲਟਾ ਆਪਣਾ ਨੁਕਸਾਨ ਕਰਵਾ ਲੈਣਾ ਨਾ। ਕਲਰ ਦੀ ਧਰਤੀ ਦੇ ਵਿੱਚ ਕੋਈ ਬੀਜਤਾ ਕਰੇ ਹਰਿਆ ਹੁੰਦਾ ਹੀ ਨਹੀਂ। ਕਲਰ ਖੇਤੀ ਬੀਜੀ ਹੈ, ਕਿਉਂ ਲਾਹਾ ਪਾਵੇ। ਹੁਣ ਜਿਹੜੀ ਦੈਂਤਾ ਦੀ ਕੁਲ ਇਹ ਹੈਗੀ ਕਲਰ ਦੀ ਧਰਤੀ ਦੇ ਸਮਾਨ, ਬਿਲਕੁਲ ਦੈਵੀ ਗੁਣਾਂ ਤੋਂ ਜਿਵੇਂ ਕਹਿ ਦਈਏ ਸੱਖਣੀ ਬਿਲਕੁਲ ਖਾਲੀ ਹੈ। ਕੋਈ ਇਹਨਾਂ ਦੇ ਵਿੱਚ ਐਸਾ ਸ਼ੁਭ ਗੁਣ ਤਾਂ ਨਹੀਂ ਪਾਇਆ ਜਾਂਦਾ। ਕਲਰ ਕਾਬਲ ਭਗਤ ਪ੍ਰਹਿਲਾਦ। ਵਾਹਿਗੁਰੂ ਨੇ ਐਸੀ ਆਪਣੀ ਜਦੋਂ ਖੈਲ ਵਰਤਾਈ, ਜਿਹੜੀ ਦੈਂਤਾ ਦੀ ਕੁੱਲ ਹੈ ਕਲਰ ਦੀ ਧਰਤੀ, ਉਹਦੇ ਵਿੱਚ ਨਾ ਆਪਣਾ ਇਹ ਭਗਤ ਰੂਪੀ ਐਸਾ ਇੱਕ ਕਮਲ ਦਾ ਫੁੱਲ ਪੈਦਾ ਕਰਤਾ। ਪੜਨ ਪਠਾਇਆ ਚਾਟ ਸਾਲ ਪੰਦੇ ਚਿੱਤੋ ਆਹਲਾਦ। ਜਦੋਂ ਸੰਡਾ ਦੇ ਮਾਰਕਾ ਨੇ ਦੇਖਿਆ ਵੀ ਅੱਜ ਸ਼ਹਿਜ਼ਾਦਾ ਔਰ ਨਾਕਸ਼ ਦਾ ਪੁੱਤਰ ਸਾਡੀ ਚਾਰਸ਼ਾਲਾ ਦੇ ਵਿੱਚ ਪਾਠਸ਼ਾਲਾ 'ਚ ਪੜ੍ਹਨ ਵਾਸਤੇ ਆ ਗਿਆ। ਪੰਦੇ ਚਿੱਤ ਹੋਇਆ ਲਾਦ, ਬੜੇ ਖੁਸ਼ ਹੋ ਕੇ ਵੀ ਇੱਥੋਂ ਸਾਨੂੰ ਬੜੀ ਮਾਇਆ, ਬੜੇ ਪਦਾਰਥ ਮਿਲੇ ਨੇ ਨਾ ਹਰ ਨਾਕਸ਼ ਦੇ ਕੋਲੋਂ ਵੀ ਮੇਰੇ ਬੇਟੇ ਨੂੰ ਤੁਸੀਂ ਬੜੇ ਧਿਆਨ ਦੇ ਨਾਲ ਪੜ੍ਹਾਉਣਾ ਹੈ। ਉਸ ਸਮੇਂ ਭਗਤ ਪ੍ਰਹਿਲਾਦ ਦਾ ਆਖਦਾ ਆਪਣੀ ਸਾਰੀ ਜਿਹੜੀ ਵਾਰਤਾ ਮੇਰੇ ਪਿਤਾ ਨੇ ਵੀ ਸੰਡਾ ਤੇ ਮਰਕਾ ਦੇ ਪਾਸ ਮੈਨੂੰ ਜਦੋਂ ਪੜ੍ਹਨ ਦੇ ਲਈ ਭੇਜਿਆ ਹੈ। ਰਾਜਨੀਤ ਸਭ ਦੇਹੋ ਸਿਖਾਇਆ। ਪਰ ਨਾਕਸ਼ ਨੇ ਇਹਨਾਂ ਨੂੰ ਹੁਕਮ ਕੀਤਾ ਵੀ ਦੇਖੋ ਇਹ ਮੇਰਾ ਹੋਣਹਾਰ ਸਾਹਿਬਜ਼ਾਦਾ, ਇਹਨੂੰ ਤੁਸੀਂ ਐਨ ਆ ਜਿਹੜੀ ਰਾਜ ਨੀਤਕ ਦੀ ਵਿਦਿਆ ਨਾ ਸਾਮ ਸਮ ਦੰਡ ਭੇਦ, ਇਹਦੇ ਵਿੱਚ ਐਨ ਚੰਗੀ ਤਰ੍ਹਾਂ ਇਹਨੂੰ ਨਿਪੁੰਨ ਕਰ ਦੇਣਾ। ਦੈਂਤਨ ਕੀ ਬਾਲਕ ਬਹੁ ਸੰਗਾ। ਹੁਣ ਜਿੱਥੇ ਹੋਰ ਵੀ ਬਹੁਤ ਸਾਰੇ ਦੈਂਤਾਂ ਦੇ ਛੋਟੇ ਵੱਡੇ ਉਮਰਾਂ ਵਾਲੇ ਬੱਚੇ ਉੱਥੇ ਇਹਨਾਂ ਦੀ ਪਾਠਸ਼ਾਲਾ ਦੇ ਵਿੱਚ ਪੜ੍ਹਿਆ ਕਰਦੇ ਸਨ। ਪੜ੍ਹਨੇ ਬੈਠੀ ਰਿਦੇ ਉਮੰਗਾ। ਪ੍ਰਹਿਲਾਦ ਪਠਾਏ ਪੜਨ ਸਾਲ ਸੰਗ ਸਕਾਬੋ ਲੀਏ ਵਾਲ ਮੋਕੋ ਕਾ ਪੜਾਵਸ ਆਲ ਜਾਲ। ਭਗਤ ਕਬੀਰ ਜੀ ਨੇ ਵੀ ਇਹ ਬਚਨ ਕੀਤੇ ਹੋਏ ਨੇ ਆਪਣੀ ਰਸਨਾ ਤੋਂ। ਪ੍ਰਹਿਲਾਦ ਪਠਾਏ ਪੜਨ ਸਾਲ ਸੰਗ ਸਕਾਬੋ ਲੀਏ ਵਾਲ। ਉੱਥੇ ਹੋਰ ਵੀ ਇਹਦੀ ਉਮਰ ਤੋਂ ਕੁਝ ਛੋਟੇ ਤੇ ਬੜੇ ਵੱਡੇ ਵੀ ਹੋਣੇ ਨੇ। ਆ ਕਰਕੇ ਇਹਨਾਂ ਦੇ ਪਾਸੇ ਜਿਹੜੀ ਰਾਜ ਨੀਤਕ ਦੀ ਵਿਦਿਆ ਪੜਿਆ ਕਰਦੇ ਸਨ। ਤਿਨ ਕੋ ਕਹਿਓ ਨਾ ਰੰਚਕ ਮਾਨਾ। ਪਰ ਹੁਣ ਜਦੋਂ ਸੰਡਾ ਦੇ ਮਰਕਾ ਦੋਵੇਂ ਉਸਤਾਦ ਭਗਤ ਪ੍ਰਹਿਲਾਦ ਜੀ ਨੂੰ ਨਾ ਆਪਣੀ ਆ ਜਿਹੜੀ ਦੁਨਿਆਵੀ ਵਿਦਿਆ ਪੜ੍ਹਾਉਣ ਦੇ ਲਈ ਬੜਾ ਸਮਝਾਉਣ ਲੱਗੇ ਸਨ। ਪ੍ਰਹਿਲਾਦ ਪਠਾਏ ਪੜਨ ਸਾਲ ਸੰਗ ਸਕਾਬਾ ਲੀਏ ਬਾਲਮੂਕੋ ਕਹਾ ਪੜਾਵਸ ਆਲ ਜਾਲ। ਮੇਰੀ ਪਟਿਆ ਲਿਖ ਦੇਹੋ ਸ੍ਰੀ ਗੋਪਾਲ। ਉਹ ਕਹਿੰਦੇ ਨੇ ਵੀ ਹੁਣ ਤੈਨੂੰ ਅਸੀਂ ਆ ਜਿਹੜੀ ਰਾਜਨੀਤੀ ਦੀ ਵਿਦਿਆ ਜੋ ਰਾਜਨੀਤਿਕ ਦਾ ਇਲਮ ਹੈ ਨਾ,
ਉਹਦੇ ਵਿੱਚ ਪੜਾ ਕੇ ਬੜਾ ਸਿਆਣਾ ਕਰਨਾ। ਕੱਲ੍ਹ ਨੂੰ ਫਿਰ ਤੈਨੂੰ ਹੈ ਜੋ ਰਾਜ ਭਾਗ ਪ੍ਰਾਪਤ ਹੋਊਗਾ, ਤਾਂ ਹੀ ਫਿਰ ਇਤਨਾ ਵੱਡਾ ਰਾਜ ਭਾਗ ਸੰਭਾਲੇਗਾ ਨਾ ਆਪਣੇ ਪਿਓ ਦਾ। ਜਦੋਂ ਤੈਂ ਇਸ ਵਿਦਿਆ ਦੇ ਵਿੱਚ ਬੜਾ ਨਿਪੁੰਨ ਹੋ ਜਾਣਾ ਹੈ। ਸਿਮਰਨਾ ਨਾਮ ਵਿਖੇ ਹਿਤ ਠਾਨਾ। ਭਗਤ ਪ੍ਰਹਿਲਾਦ ਜੀ ਦਾਦਾ ਨੇ ਵੀ ਪਰ ਮੇਰਾ ਹੁਣ ਜਿਹੜਾ ਪ੍ਰੇਮ ਕੇਵਲ ਤੇ ਕੇਵਲ ਇੱਕ ਸਿਮਰਨ ਦੇ ਵਿੱਚ ਹੀ ਲੱਗ ਚੁੱਕਿਆ ਸੀ। ਏਕ ਦਿਵਸ ਪਿਤ ਅੰਕ ਬਿਠਾਈ। ਫਿਰ ਇੱਕ ਦਿਨ ਜਦੋਂ ਮੇਰੇ ਪਿਤਾ ਨੇ ਅਚਾਨਕ ਹੀ ਦੇਖ ਲਿਆ, ਪਤਾ ਤਾਂ ਕਰ ਲਈਏ ਇਹਨੇ ਕਿਤਨੀ ਕੁ ਵਿਦਿਆ, ਕਿਤਨਾ ਕਾ ਜਿਹੜਾ ਰਾਜਨੀਤਿਕ ਦਾ ਇਲਮ ਪ੍ਰਾਪਤ ਕਰ ਲਿਆ ਹੈ। ਫਿਰ ਨਾਕਸ਼ ਆਪਣੇ ਪਿਆਰੇ ਪੁੱਤਰ ਭਗਤ ਪ੍ਰਹਿਲਾਦ ਜੀ ਨੂੰ ਨਾ ਗੋ ਦੇ ਵਿੱਚ ਬਿਠਾ ਕਰਕੇ ਸਾਰੀ ਆਪਣੀ ਗੱਲਬਾਤ ਪੁੱਛਣ ਲੱਗ ਪਿਆ। ਸਾਦਰ ਹੱਸ ਕੇ ਗਿਰਾ ਅਲਾਈ। ਮੇਰੇ ਪਿਤਾ ਨੇ ਬੜੇ ਹੀ ਖੁਸ਼ ਹੋ ਕਰਕੇ ਹੱਸਦਿਆਂ ਹੋਇਆ ਇਹ ਬਚਨ ਕੀਤੇ ਫਿਰ ਆਪਣੀ ਰਸਨਾ ਤੋਂ। ਜੋ ਤੁਮ ਪਾਠ ਪੜਿਓ ਹੀ ਤਾਤਾ। ਇਹ ਪੁੱਤਰ ਜਿਹੜੀ ਵਿਦਿਆ, ਜਿਹੜੇ ਪਾਠ ਤੈਂ ਜਾ ਕੇ ਆਪਣੇ ਉਸਤਾਦਾਂ ਦੇ ਪਾਸੋਂ ਪੜ੍ਹੇ ਹਨ, ਮੁਝੇ ਸੁਨਾਵਹੁ ਸੁਭਗ ਸੁਹਾਤਾ। ਵੀ ਆ ਜੀ ਸੋਹਣੀ ਪੜ੍ਹਾਈ ਜੋ ਵੀ ਤੈਂ ਸਿੱਖੀ ਹੈ ਉਹਦੇ ਅਕਾਰ ਮੈਨੂੰ ਸੁਣਾਉਣਾ ਕਰ। ਪਿਤ ਕੀ ਗਿਰਾ ਸੁਨੀ ਜਬ ਕਾਨਾ। ਪਰ ਜਦੋਂ ਭਗਤ ਪ੍ਰਹਿਲਾਦ ਜੀ ਨੇ ਆਪਣੇ ਪਿਤਾ ਦੇ ਐਸੇ ਬਚਨ ਕੰਨਾਂ ਦੇ ਨਾਲ ਸੁਣ ਲਏ ਹਨ, ਹਸ ਪ੍ਰਕਾਰ ਤਬ ਬਚਨ ਬਖਾਨਾ। ਉਸ ਸਮੇਂ ਪਰ ਮੈਂ ਵੀ ਇਉਂ ਦੋਵੇਂ ਹੱਥ ਜੋੜਦੇ ਹੋਇਆ ਆਪਣੇ ਪਿਤਾ ਜੀ ਦੀ ਅੱਗੇ ਬੇਨਤੀ ਕਰ ਦਿੱਤੀ ਹੈ। ਸੁਨਹੁ ਤਾਤ ਇਹ ਪਾਠ ਅਨੂਪਾ। ਉਸ ਸਮੇਂ ਕਹਿਣ ਲੱਗਾ, ਪਿਤਾ ਜੀ ਮੈਂ ਤਾਂ ਐਸੀ ਵਿਦਿਆ, ਇਹੋ ਜਿਹਾ ਪਾਠ ਪਰਮਾਤਮਾ ਦੀ ਇਹ ਤਾਂ ਦਰਗਾਹ 'ਚੋਂ ਸਿੱਖਿਆ ਹੋਇਆ ਹੈ। ਤਜੋ ਗ੍ਰਹਿ ਇਹ ਅੰਧ ਜੋ ਕੋਪਾ। ਆ ਜਿਹੜਾ ਇਹੋ ਜਿਹਾ ਪਰਿਵਾਰ ਦਾ ਮੋਹ, ਸੰਸਾਰ ਦੀ ਪਕੜੀ ਕੈਸੀ ਹੈ, ਇੱਕ ਅੰਨੇ ਖੂਹ ਦਾ ਸਮਾਨ ਜਿਹੜਾ ਹੁੰਦਾ ਹੈ, ਮਾਣ ਤੋਂ ਬਗੈਰ ਜੇ ਕੋਈ ਗਿਰ ਜੇ ਆਪਣੇ ਆਪ ਕਿਵੇਂ ਨਿਕਲੂ, ਉਹਨੂੰ ਤਾਂ ਫਿਰ ਬਾਹਰ ਆਉਣ ਦੇ ਲਈ ਦੂਜਿਆਂ ਦੀ ਸਹਾਇਤਾ ਮਦਦ ਲੈਣੀ ਪੈ ਗਈ ਨਾ। ਜੇ ਕੋਈ ਰੱਸਾ ਪੜਾਉ ਤਾਂ ਉਹਨੇ ਫਿਰ, ਜਿਹਨੂੰ ਆਪਾਂ ਅੰਨਾ ਖੂਹ ਬਿਨਾਂ ਮੌਣ ਤੋਂ ਕਹਿ ਦਿੰਦੇ ਆ। ਕਹਿਣ ਲੱਗਿਆ, ਪਿਤਾ ਜੀ ਕਿਹੜੀ ਵਿਦਿਆ ਦੇ ਬਾਰੇ ਬਚਨ ਕਰਦੇ ਹੋ? ਮੈਂ ਤਾਂ ਇਸ ਸੰਸਾਰ ਨੂੰ ਇੱਕ ਅੰਨੇ ਖੂਹ ਦਾ ਸਮਾਨ ਇਹ ਮਨ ਦੇ ਵਿੱਚ ਬੜਾ ਦੁਖਦਾਈ ਮੰਨਿਆ। ਜਿਹ ਮਹਿ ਅਤਿਸ਼ੈ ਦੁਖ ਪਾਰਾ। ਹੁਣ ਜਿਸ ਦੇ ਵਿੱਚ ਮਨੁੱਖ ਪੈ ਪੈ ਕੇ ਬੜੇ ਦੁੱਖਾਂ ਨੂੰ ਸਦਾ ਵਾਸਤੇ ਭੋਗਦੇ ਰਹਿੰਦੇ ਹਨ, ਹੋਤ ਨਹੀਂ ਕਬਹੂ ਛੁਟਕਾਰਾ। ਹੁਣ ਇਹ ਸੰਸਾਰ ਰੂਪੀ ਉਹਨੇ ਖੂਹ ਤੋਂ ਟਾਵੇਂ ਟਾਵੇਂ ਤਾਂ ਜ਼ਰੂਰ ਇਹਦੇ ਵਿੱਚੋਂ ਆਪਣਾ ਛੁਟਕਾਰਾ ਪਾ ਲੈਂਦੇ ਹਨ, ਨਹੀਂ ਤਾਂ ਫਿਰ ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਝੋਟਾ ਖਾਵੇ। ਬਸ ਆ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਹੀ ਸਦਾ ਵਾਸਤੇ ਵੱਡੇ ਵੱਡੇ ਕਸ਼ਟ ਭੋਗਦੇ ਰਹਿੰਦੇ ਹਨ। ਤਿਹ ਤਜ ਕਾਨਨ ਮਹਿ ਚੱਲ ਬਸੀਏ। ਕਹਿ ਲੱਗਿਆ ਭਗਤ ਪ੍ਰਹਿਲਾਦ ਜੀ ਵੀ ਇਹਨੂੰ ਛੱਡ ਕੇ ਤਾਂ ਪਰੋਈਆਂ ਬਿਆਵਾਨਾਂ 'ਚ ਜਾ ਕਰਕੇ ਬੰਦਗੀ ਕਰ ਲਈ, ਉਹ 100 ਗੁਣਾ ਚੰਗਾ ਹੈ। ਸੇਵ ਵਿਸ਼ਨ ਪਦ ਕੀ ਰਸ ਰਸੀਏ। ਸੇਵ ਵਿਸ਼ਨ ਪਦ ਕਹਿਣ ਲੱਗਿਆ ਵੀ ਮੈਂ ਤਾਂ ਇਉਂ ਚਾਹੁੰਦਾ ਜੇ ਕਿਤੇ ਕਾਤ ਮਿਲ ਜਾਏ ਨਾ ਕੋਈ ਜਗ੍ਹਾ, ਫਿਰ ਮੈਂ ਵਿਸ਼ਨੂੰ ਭਗਵਾਨ ਜੀ ਦੇ ਚਰਨਾਂ ਦਾ ਬੜਾ ਆਨੰਦ ਪ੍ਰਾਪਤ ਕਰ ਲੈਣਾ। ਨਾਮ ਸਿਮਰ ਅਗਿਆਨ ਮਿਟਾਵੋ। ਨਾਮ ਸਿਮਰ ਅਗਿਆਨ ਮਿਟਾਵੋ। ਇਹ ਵਿਦਿਆ ਦਾ ਅਗਿਆਨ ਦਾ ਨਾਸ
ਤਾਂ ਹੀ ਹੋਏਗਾ ਨਾ ਜਿਹੜੇ ਪ੍ਰਾਣੀ ਜਿਹੜੇ ਉਤਮ ਜਗਿਆਸੂ ਪ੍ਰਭੂ ਦੀ ਬੰਦਗੀ ਦੇ ਵਿੱਚ ਜੁੜ ਜਾਂਦੇ ਹਨ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੈਠਿਆ ਨਾਨਕ ਮਨ ਪਰਗਾਸ। ਉਹ ਆਪਣੇ ਹਿਰਦੇ ਦਾ ਅਗਿਆਨ ਵੀ ਔਰ ਵਿਦਿਆ ਨੂੰ ਮੈਟ ਲੈਂਦੇ ਹਨ। ਭਗਤ ਕਰੋ ਉੱਤਮ ਪਦ ਪਾਵੋ। ਵੀ ਭਗਤੀ ਕਰਦਿਆਂ ਪਤਾ ਨਹੀਂ ਕਿਤਨੀਆਂ ਵੱਡੀਆਂ ਵੱਡੀਆਂ ਉੱਤਮ ਪਦਵੀਆਂ ਇਸ ਪ੍ਰਾਣੀ ਨੂੰ ਪ੍ਰਾਪਤ ਹੋ ਸਕਦੀਆਂ ਨਾ। ਦੁਨਿਆਵੀ ਬੁੱਧੀਆਂ ਤੋਂ ਦੱਸ ਕੀ ਪ੍ਰਾਪਤ ਹੋਣਾ ਹੈ? ਸੁਣੀ ਸਰਬਨ ਮਹਿ ਜਬ ਅਸ ਬਾਨੀ। ਪਰ ਜਦੋਂ ਐਸੇ ਇੱਕ ਪ੍ਰੇਮਾ ਭਗਤੀ ਦੇ ਬਚਨ ਨਾ ਹਰਨਾਕਸ਼ ਨੇ ਆਪਣੇ ਸਾਹਿਬਜ਼ਾਦੇ ਕੋਲ ਕੰਨਾਂ ਦੇ ਨਾਲ ਸੁਣ ਲਿਆ, ਬੜਾ ਹੈਰਾਨ ਹੋਣ ਲੱਗ ਪਿਆ। ਬਿਸਮਤ ਹਸਿਓ ਤਬ ਹੈ ਅਗਿਆਨੀ। ਜਿਹੜਾ ਅਗਿਆਨੀ ਹੈ ਉਹ ਮੂਰਖ ਹੈ, ਗਵਾਰ ਹੈ, ਮੋਟੀ ਮਤ ਵਾਲਾ ਹੈ। ਕਹਿ ਸੰਡੇ ਸੋਂ ਬਚ ਅਸ ਰੀਤਾ। ਉਸ ਹੈ ਭਗਤ ਹਰਨਾਕਸ਼ ਨੇ ਨਾ ਜਿਹੜਾ ਸੀ ਸੰਡਾ ਤੇ ਮਰਕਾ, ਉਹਨੂੰ ਬੁਲਾ ਲਿਆ ਆਪਣੇ ਕੋਲ, ਕਹਿਣ ਲੱਗਿਆ ਹੁਣ ਦੱਸੋ ਮੈਂ ਹੀ ਸਿੱਖਿਆ ਦੇਣ ਵਾਸਤੇ ਤੁਹਾਡੇ ਪਾਸ ਆਪਣੇ ਸਾਹਿਬਜ਼ਾਦੇ ਨੂੰ ਤੁਹਾਡੇ ਪਾਸ ਭੇਜਿਆ ਹੈ ਕਿ ਉਹ ਜੀ ਖੋਟੀ ਵਿਦਿਆ ਪੜ੍ਹਾਤੀ ਤੁਸੀਂ ਇਹਨੂੰ। ਇਹ ਤਾਂ ਦੇਖੋ ਵਿਸ਼ਨੂੰ ਭਗਵਾਨ ਦੀ ਭਗਤੀ ਆਪਣੇ ਮਨ ਦੇ ਅੰਦਰ ਧਾਰਨ ਕਰੀ ਬੈਠਾ। ਇਸ ਬਾਲਕ ਕੀ ਮਤ ਵਿਪਰੀਤਾ। ਕਹਿ ਲੱਗਿਆ ਇਸ ਬਾਲਕ ਦੀ ਬੁੱਧੀ ਜਿਹੜੀ ਮਤ ਬਿਲਕੁਲ ਉਲਟ ਹੋ ਚੁੱਕੀ ਹੈ। ਔਗਨ ਖਾਨ ਕਹਿਤ ਮੁਖ ਬਾਨੀ। ਇਹ ਮੈਨੂੰ ਤਾਂ ਇਹੋ ਲੱਗਦਾ ਵੀ ਜਿਵੇਂ ਵੱਡੇ ਵੱਡੇ ਔਗਣਾ ਗੁਨਾਹ ਦੀ ਤਾਂ ਖਾਨ ਬਣ ਚੁੱਕੇ ਹੈ। ਕਿਸਨੇ ਇਸਕੋ ਐਸਾ ਸਿਖਾਨੀ। ਸੰਡਾ ਤੇ ਮਰਕਾ ਇਹਨਾਂ ਨੂੰ ਸਮੇਂ ਜਿਹੜਾ ਸੀ ਨਾ ਹਰਨਾਕਸ਼ ਲਾਲ ਪੀਲੀਆਂ ਕਰਕੇ ਆਪਣੀ ਅੱਖਾਂ ਦੋਵਾਂ ਨੂੰ ਤਾੜਨ ਲੱਗ ਪਿਆ। ਕਿਹ ਰਿਖ ਕੋ ਨਾ ਕਰਨ ਦਿਓ ਸੰਗਾ। ਕਹਿ ਲੱਗਿਆ ਵੀ ਦੇਖੋ ਜਿਹੜੀ ਹੋ ਗਈ ਉਹ ਤਾਂ ਠੀਕ ਹੈ, ਪਰ ਅੱਗੇ ਵਾਸਤੇ ਇਹਦਾ ਨਾ ਤੁਸੀਂ ਵਿਸ਼ੇਸ਼ ਤੌਰ ਤੇ ਖਿਆਲ ਰੱਖਣਾ ਹੈ। ਕਦੇ ਵੀ ਇਹਨੂੰ ਕਿਸੇ ਰਿਸ਼ੀ ਮੁਨੀ ਸਾਧੂ ਮਹਾਤਮਾ ਦੀ ਸੰਗ ਦੇ ਵਿੱਚ ਜਾਣ ਨਹੀਂ ਦੇਣਾ। ਨਿਜ ਗ੍ਰਹਿ ਰਾਖ ਪੜਾਓ ਨਿਸੰਗਾ। ਨਿਸ਼ੰਗ ਹੋ ਕਰਕੇ ਨੂੰ ਬਸ ਆਪਣੀ ਪਾਠ ਸ਼ਾਲਾ ਦੇ ਵਿੱਚ ਹੀ ਨਾ ਬੰਦ ਕਰਕੇ ਹੋ ਜਿਹਾ ਜਿਹੜਾ ਆ ਰਾਜ ਨੀਤਕ ਦੀਆਂ ਨੂੰ ਸਿੱਖਿਆ ਦੇਣੀ ਹੈ। ਸੁਨ ਕਰ ਤਬ ਲੈ ਕੇ ਘਰ ਆਈ। ਔਰ ਇਹ ਵਿਚਾਰੇ ਲੈ ਕਰਕੇ ਭਗਤ ਪਹਿਲਾ ਜੀ ਨੂੰ ਆਪਣੇ ਘਰ 'ਚ ਨਿਰਾਸੇ ਜੇ ਹੋ ਕਰਕੇ ਆ ਗਏ ਹਨ। ਥਾਨ ਇਕੰਤ ਵਿਖੇ ਬੈਠਾਈ। ਫਿਰ ਉਸੇ ਤਰ੍ਹਾਂ ਭਗਤ ਪਹਿਲਾਦ ਨੂੰ ਇਹਨਾਂ ਨੇ ਇੱਕ ਪਾਸੇ ਲਾਹਦਾ ਜਾ ਬਿਠਾ ਕਰਕੇ ਆਪਣੀ ਜਿਹੜੀ ਰਾਜਨੀਤਿਕੀ ਵਿਦਿਆ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਹੈ। ਭੋਜਨ ਲੱਗੀ ਤਬ ਹੈ ਇਹ ਰੀਤੀ। ਪਰ ਇਸ ਰੀਤੀ ਮਰਜ਼ਾਦਾ ਦੇ ਅਨੁਸਾਰ ਸੰਡਾ ਤੇ ਮਰਕਾ ਦੋਵੇਂ ਉਸਤਾਦ ਨੂੰ ਪਾਸ ਬਿਠਾ ਕਰਕੇ ਪੁੱਛਣ ਲੱਗੇ ਹਨ। ਕਿਨ ਸਿਖਲਾਈ ਮਤ ਵਿਪਰੀਤੀ। ਕਹਿ ਲਗੇ ਪਾਏ ਤੋਂ ਪਹਿਲਾਂ ਜੀ ਪਹਿਲਾਂ ਸਾਨੂੰ ਇਉਂ ਦੱਸੋ ਆ ਇਹੋ ਜੀ ਖੋਟੀ ਮਤ ਤੁਹਾਨੂੰ ਕਿਹੜੇ ਰਿਸ਼ੀ ਮੁਨੀ ਜਾਂ ਫਿਰ ਸਾਧੂ ਮਹਾਤਮਾ ਨੇ ਸਿਖਾ ਦਿੱਤੀ ਹੈ? ਕਿਦੋਂ ਰਿਧੀ ਤੇ ਕੋ ਮਤ ਉਠਾਈ। ਜਾਂ ਫਿਰ ਤੁਹਾਡੇ ਅੰਦਰ ਆਪਣੇ ਆਪ ਹੀ ਐਟੋਮੈਟ ਐਸੀ ਖੋਟੀ ਬੁੱਧੀ ਦੇ ਨਾਲ ਜਿਹੜੇ ਖਿਆਲ ਪੈਦਾ ਹੋ ਗਏ ਹਨ। ਬਹੁਰ ਨਾ ਅਸਬਿਦ ਕਹੋ ਬਨਾਈ। ਕਹਿ ਲੱਗੇ ਵੀ ਖਬਰਦਾਰ ਆਉਣ ਵਾਲੇ ਸਮੇਂ ਦੇ ਵਿੱਚ ਨਾ ਕਦੇ ਵੀ ਤਾਂ ਐਸੀ ਜਿਹੜੀ ਕੋਈ ਵੀ ਗੱਲਬਾਤ ਆ ਵਿਸ਼ਨੂੰ ਭਗਵਾਨ ਜੀ ਦੀ ਭਗਤੀ ਦੀ ਆਪਣੇ ਪਿਓ ਦੇ ਪਾਸ ਨਹੀਂ ਕਰਨੀ ਹੈ। ਸੁਨ ਕਰ ਮੈਂ ਹਸ ਬਚਨ ਬਖਾਨਾ। ਉਸ ਸਮੇਂ ਭਗਤ ਪਹਿਲਾ ਜੀ ਨਾ ਬੜੇ
ਖੇੜਾ ਖੜਾ ਕੇ ਹੱਸਦਿਆਂ ਹੋਇਆ ਇਹਨਾਂ ਨੂੰ ਫਿਰ ਆਪਣੇ ਵੱਲੋਂ ਕਹਿਣ ਲੱਗ ਪਏ ਨੇ ਸਾਹਮਣੇ। ਤੁਮਕੋ ਭਾਸਤ ਆਪਨ ਬਿਗਾਨਾ। ਕਹਿਣ ਲੱਗਿਆ ਐ ਉਸਤਾਦ ਜੀ ਦੇਖੋ ਤੁਹਾਨੂੰ ਤਾਂ ਚਲੋ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਆਪਣਾ ਬੇਗਾਨਾ ਭਾਸ ਰਿਹਾ ਹੈ, ਮੋਕੋ ਪਰ ਪੁਨ ਅਪਰ ਨ ਕਾਹੀ। ਪਰ ਇਹ ਦੁਬਦਾ ਵਾਲੀ ਜਿਹੜੀ ਇਹ ਬਿਰਤੀ ਮੇਰੀ ਤਾਂ ਅੰਦਰੋਂ ਬਿਲਕੁਲ ਪਰਮਾਤਮਾ ਦਾ ਨਾਮ ਜਪਦਿਆਂ ਤਾਂ ਖਤਮ ਹੋ ਚੁੱਕੀ ਹੈ। ਪੂਰਨ ਏਕ ਆਤਮਾ ਆਹੀ। ਹੁਣ ਮੈਨੂੰ ਤਾਂ ਚਾਰੇ ਪਾਸੇ ਇੱਕ ਪਰਿਪੂਰਨ ਆ ਜਿਹੜੀ ਨਾ ਆਤਮਾ ਦਿਸਣ ਲੱਗ ਪਈ ਹੈ। ਸਦਾ ਪ੍ਰਣਾਮ ਕਰੋ ਮੈਂ ਤਾਸੋ। ਹੁਣ ਮੈਂ ਤਾਂ ਬਸ ਅੰਦਰੋਂ ਅੰਦਰ ਹੀ ਸਦਾ ਵਾਤੇ ਉਸ ਆਤਮਾ ਦੇ ਅੱਗੇ ਨਾ ਵਾਰ-ਵਾਰ ਸੀਸ ਝੁਕਾਉਂਦਾ ਰਹਿੰਦਾ ਹਾਂ। ਜਿਹ ਕੀ ਮਾਇਆ ਕੀਰ ਬਿਲਾਸੋ। ਵੀ ਜੈਸ ਆਤਮਾ ਦੇ ਬਲ ਕਰੇ ਕਿ ਆ ਮਾਇਆ ਕੈਸੇ ਕੌਤਕ ਦੁਨੀਆ ਦੇ ਵਿੱਚ ਵਰਤਾ ਰਹੀ ਹੈ। ਮੋਹਿ ਸਰਬ ਚਰਾਚਰ ਜਾਹੀ। ਕਹਿ ਲਗੇ ਵੀ ਚਾਹੇ ਜੜ ਹੈ ਚਾਹੇ ਚੇਤਨ ਹੈ, ਜੋ ਵੀ ਜੀਵ ਪਰਮਾਤਮਾ ਨੇ ਆਪਣੀ ਤਾਕਤ ਦੁਆਰਾ ਹੀ ਪੈਦਾ ਕੀਤੇ ਹੋਏ ਨੇ ਨਾ ਚਾਰੇ ਖਾਣੀਆਂ ਚ। ਆਪਨ ਬਿਗਾਨ ਲਖਾਵਾ ਤਾਹੀ। ਵੀ ਮੈਨੂੰ ਤਾਂ ਆਪਣਾ ਤੇ ਪਰਾਇਆ ਇਹ ਮੇਰੇ ਅੰਦਰੋਂ ਬਿਲਕੁਲ ਐਸੀਆਂ ਜਿਹੜੀਆਂ ਵਿਚਾਰਾਂ ਖਤਮ ਹੋ ਗਈਆਂ ਹਨ। ਭੇਦ ਅਪਰ ਪਰ ਹੈ ਔਰ ਤੋਰੀ। ਜਿਹੜਾ ਆਪਣਾ ਤੇ ਬਗਾਨਾ ਇਹੋ ਜੇ ਭੇਦ ਭਾਵ ਦਾ ਤੁਹਾਡੇ ਮਨ ਦੇ ਵਿੱਚ ਜ਼ਰੂਰ ਭਰੇ ਹੋਏ ਹਨ। ਭੇਦ ਬੁੱਧ ਕਛ ਨਹਿ ਹੀਏ ਮੋਰੀ। ਪਰ ਮੇਰੇ ਹਿਰਦੇ ਦੇ ਅੰਦਰ ਇਹ ਜਿਹੜੀ ਭੇਦ ਭਾਵ ਵਾਲੀ ਮਤੇ ਜੜਾਂ ਤੋਂ ਤਾਂ ਬਿਲਕੁਲ ਸਾੜ ਚੁੱਕੀ ਹੈ। ਸ਼੍ਰੀ ਕਰਤਾਰ ਕਰੈ ਜਬ ਕਰੁਣਾ। ਪਰ ਜਦੋਂ ਕਰਤਾਰ ਜੋ ਸਾਰਿਆਂ ਦੀ ਜਿਹਨੇ ਆ ਜੀਵਨ ਰੂਪੀ ਤਾਰ ਆਪਣੇ ਹੱਥ ਦੇ ਵਿੱਚ ਪਕੜੀ ਹੋਈ ਹੈ, ਜੋ ਗੁਰੂ ਬਾਬਾ ਜੀ ਬਸ ਇੱਕ ਤਾੜੀ ਮਾਰ ਕਰਕੇ ਜੀਵਾਂ ਦਾ ਉਧਾਰ ਕਰਨ ਵਾਲੇ ਹਨ। ਤਬ ਜਹ ਭੇਦ ਹੋਈ ਔਰ ਹਰ ਨਾਮ। ਕਹਿ ਲੱਗਿਆ ਵੀ ਐਸ ਭੇਤ ਦਾ ਤਾਂ ਉਹਨੂੰ ਪਤਾ ਲੱਗਦਾ ਨਾ ਜਿਨ੍ਹਾਂ ਦੇ ਉੱਪਰ ਭਗਵਾਨ ਨੇ ਕਰਤਾਰ ਨੇ ਐਸੀ ਕਿਰਪਾ ਕੀਤੀ ਹੋਈ ਹੈ। ਆਤਮ ਮਹਿ ਪਰ ਅਪਰ ਬਖਾਨੀ। ਭਗਤ ਪ੍ਰਹਿਲਾਦ ਜੀ ਨੂੰ ਜਿਹੋ ਜੀ ਅਵਸਥਾ ਪ੍ਰਾਪਤ ਹੋ ਚੁੱਕੀ ਹੈ, ਹੁਣ ਉਸੇ ਤਰ੍ਹਾਂ ਦੇ ਬਚਨ ਨੇ ਆਪਣੇ ਉਸਤਾਦਾਂ ਦੇ ਪਾਸ ਜਿਸ ਪ੍ਰਕਾਰ ਕਰਨੇ ਹਨ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖ ਦਾਇਨੇ ਹਾਲ ਕਰ ਰਹੇ ਨੇ। ਸ਼੍ਰੀ ਕਰਤਾਰ ਕਰੈ ਜਬ ਕਰੁਣਾ। ਤਬ ਜਹ ਭੇਦ ਹੋਈ ਔਰ ਹਰਨਾ। ਸ਼੍ਰੀ ਕਰਤਾਰ ਕਰੈ ਜਬ ਕਰੁਣਾ। ਤਬ ਜਹ ਭੇਦ ਹੋਈ ਔਰ ਹਰਨਾ। ਏ ਚੌਥੇ ਪਾਰ ਬ੍ਰਹਮ ਅਵਨਾ